ਦਿੱਲੀ ਦੇ ਦਰਿੰਦਿਆਂ ਦੇ ਲਈ ਫਾਂਸੀ ਦੀ ਮੰਗ ਕੀਤੀ ਗਈ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਮੁਲਜ਼ਮਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ। ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ। ਜਿਵੇਂ ਕਿ ਕੱਲ ਬੁਰੀ ਤਰ੍ਹਾਂ 5 ਮੁਲਜ਼ਮਾਂ ਦੇ ਵੱਲੋਂ ਜਿਹੜੇ ਕਿ ਗੱਡੀ ਦੇ ਵਿੱਚ ਸਵਾਰ ਸਨ, ਕਿਵੇਂ ਲੜਕੀ ਨੂੰ ਪਹਿਲਾਂ ਬੁਰੀ ਤਰ੍ਹਾਂ ਘੜੀਸਿਆ ਜਾਂਦਾ ਹੈ, ਉਸ ਤੋਂ ਬਾਅਦ 'ਚ ਗੰਭੀਰ ਰੂਪ ਦੇ ਵਿੱਚ ਲੜਕੀ ਜ਼ਖਮੀ ਹੋ ਜਾਂਦੀ ਹੈ ਤੇ ਮੌਕੇ ਤੇ ਲੜਕੀ ਦੀ ਮੌਤ ਹੋ ਜਾਂਦੀ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਪੂਰੀ ਕਾਰ ਜਿਹੜੀ ਆ ਕਾਰ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਇਸ ਦੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ ਮੁਲਜ਼ਮਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ। बहुत बेहद शर्मनाक घटना है और समझ में नहीं आता कि हमारा समाज किस तरफ जा रहा है जब कुछ लड़कों ने अपनी गाड़ी से एक लड़की को कई किलोमीटर तक घसीटा और उसकी बहुत दर्दनाक मौत हो गई। अभी उसका पोस्टमार्टम मैंने पता किया था, अभी पोस्टमार्टम शायद चल रहा है और जो भी उसकी रिपोर्ट आएगी मैं उम्मीद करता हूं कि और अपील करता हूं कि चाहे जितने भी रसूख वाले क्यों ना हों जो दोषी हैं उनको सख्त से सख्त सज़ा मिलनी चाहिए। ऐसा ये तो रेयरेस्ट ऑफ रेयर क्राइम्स में आता है, ऐसे लोगों को तो फांसी की सज़ा मिलनी चाहिए। रुक कर दें अगली बड़ी खबर दा। गैंगस्टਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ। ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਗੈਂਗਸਟਰ ਕਾਬੂ ਕੀਤੇ ਗਏ ਨੇ। ਰੂਪਨਗਰ ਸੀਆਈਏ ਟੀਮ ਦੇ ਵੱਲੋਂ ਦਰਅਸਲ ਇਹ ਕਾਮਯਾਬੀ ਹਾਸਲ ਕੀਤੀ ਗਈ। ਗੈਂਗਸਟਰਾਂ ਦੇ ਕੋਲੋਂ 12 ਪਿਸਤੌਲ 50 ਕਾਰਤੂਸ ਬਰਾਮਦ ਹੋਏ ਨੇ। ਹਥਿਆਰ ਤੇ ਨਸ਼ੇ ਦੀ ਦਰਅਸਲ ਦੇ ਵੱਲੋਂ ਤਸਕਰੀ ਕੀਤੀ ਜਾਂਦੀ ਸੀ। ਸੋ ਆਖਿਰਕਾਰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। ਰੂਪਨਗਰ ਸੀਆਈਏ ਟੀਮ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 6 ਗੈਂਗਸਟਰ ਕਾਬੂ ਕੀਤੇ ਗਏ ਨੇ ਜਿਨ੍ਹਾਂ ਦੇ ਕੋਲੋਂ 12 ਪਿਸਤੌਲ 50 ਕਾਰਤੂਸ ਬਰਾਮਦ ਹੋਏ ਨੇ ਤੇ ਜੋ ਖੁਲਾਸਾ ਹੋਇਆ ਕਿ ਹਥਿਆਰ ਤੇ ਨਸ਼ੇ ਦੀ ਇਹਨਾਂ ਦੇ ਵੱਲੋਂ ਤਸਕਰੀ ਕੀਤੀ ਜਾਂਦੀ ਸੀ। 15 ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ, ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਸੀਏਏ ਨੇ 4 ਲੋਕ ਅਰੈਸਟ ਕੀਤੇ ਸੀ ਜਿਨ੍ਹਾਂ ਦੇ ਕੋਲੋਂ ਕਿ 4 ਵੈਪਨ ਜਿਹੜੇ ਰਿਕਵਰ ਹੋਏ ਸੀ। ਜਦੋਂ ਉਹਨਾਂ ਦੀ ਬੈਕਵਰਡ ਫਾਰਵਰਡ ਲਿੰਕੇਜ ਅਸੀਂ ਵਰਕਆਊਟ ਕਰਨੀ ਸ਼ੁਰੂ ਕੀਤੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਜੇਲ੍ਹ ਦੇ ਨਾਲ ਵੀ ਲਿੰਕ ਜੁੜਦੇ ਹੈਗੇ ਨੇ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਕੋਡ ਵਰਡ ਸੀਗਾ ਇੱਕ ਬੰਦੇ ਦਾ ਜਿਹਨੂੰ 777 ਕਹਿੰਦੇ ਸੀਗੇ ਔਰ ਉਹ ਬੰਦਾ ਜਿਹੜਾ ਹੈਗਾ ਵੈਪਨਸ ਮੰਗਵਾ ਕੇ ਜਿਹੜਾ ਹੈਗਾ ਪੰਜਾਬ ਦੇ ਵੱਖਰੇ ਵੱਖਰੀ ਥਾਵਾਂ ਦੇ ਉੱਪਰ ਸਪਲਾਈ ਕਰ ਰਿਹਾ ਸੀਗਾ। ਉਸ 777 ਨੂੰ ਆਇਡੈਂਟੀਫਾਈ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਉਹ ਅੰਮ੍ਰਿਤਸਰ ਜੇਲ੍ਹ ਤੋਂ ਆਪਰੇਟ ਕਰ ਰਿਹਾ ਤੇ ਉਹਨੂੰ ਆਪਾਂ ਫਿਰ ਪ੍ਰੋਡਕਸ਼ਨ ਯੂਨਿਟ ਤੇ ਲੈ ਕੇ ਆ ਕੇ ਤੇ ਉਹਦੇ ਸਾਥੀਆਂ ਨੂੰ ਲੈ ਕੇ ਆ ਕੇ ਹੁਣ ਆਪਾਂ 8 ਹੋਰ ਵੈਪਨ ਜਿਹੜੇ ਰਿਕਵਰ ਕੀਤੇ। ਟੋਟਲ ਮਿਲਾ ਕੇ ਹੁਣ ਤੱਕ 12 ਵੈਪਨ ਜਿਹਦੇ ਵਿੱਚ ਕਿ 6 ਪਿਸਤੌਲ ਜਿਹੜੇ 32 ਬੋਰ ਦੇ ਹੈਗੇ ਨੇ, 4 ਪਿਸਤੌਲ 315 ਬੋਰ ਦੇ ਤੇ 2 30 ਬੋਰ ਦੇ ਤੇ ਇਸ ਤੋਂ ਇਲਾਵਾ 50 ਵੱਖਰੇ ਵੱਖਰੇ ਜਿਹੜੇ ਕਾਰਟ੍ਰਿਜਸ ਹੈਗੇ ਨੇ, ਬੁਲੇਟਸ ਹੈਗੀਆਂ ਉਹ ਹੁਣ ਤੱਕ ਰਿਕਵਰ ਹੋਈਆਂ। ਅਗਲੀ ਵੱਡੀ ਖਬਰ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਨਾਲ ਜੁੜੀ ਹੋਈ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਇੰਦਰਜੀਤ ਇੰਦੀ ਨੇ ਵਿਜੀਲੈਂਸ ਦੇ ਅੱਗੇ ਸਰੈਂਡਰ ਕੀਤਾ ਹੈ। ਵਿਜੀਲੈਂਸ ਨੂੰ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਇੰਦਰਜੀਤ ਇੰਦੀ ਦੀ ਤਲਾਸ਼ ਸੀ। ਇੰਦਰਜੀਤ ਇੰਦੀ ਤੋਂ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕਿ ਹੁਣ ਜਾਂਚ ਕੀਤੀ ਜਾਵੇਗੀ, ਸਵਾਲ ਜਵਾਬ ਕੀਤੇ ਜਾਣਗੇ ਪੂਰੇ ਮਾਮਲੇ ਨਾਲ ਜੁੜੇ ਹੋਏ। ਇਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ। ਪਹਿਲਾਂ ਤੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਸਾਬਕਾ ਮੰਤਰੀ ਆਸ਼ੂ ਤੇ ਹੁਣ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਦੇ ਵੱਲੋਂ ਸਰੈਂਡਰ ਕੀਤਾ ਗਿਆ ਜਿਸ ਦਾ ਨਾਮ ਇੰਦਰਜੀਤ ਇੰਦੀ ਹੈ। ਇੰਦਰਜੀਤ ਇੰਦੀ ਦੇ ਵੱਲੋਂ ਵਿਜੀਲੈਂਸ ਦੇ ਅੱਗੇ ਸਰੈਂਡਰ ਕੀਤਾ ਗਿਆ। ਦਰਅਸਲ ਪਿਛਲੇ ਕਾਫੀ ਸਮੇਂ ਤੋਂ ਵਿਜੀਲੈਂਸ ਦੇ ਵੱਲੋਂ ਇੰਦਰਜੀਤ ਇੰਦੀ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਆਖਿਰਕਾਰ ਇੰਦਰਜੀਤ ਇੰਦੀ ਨੇ ਖੁਦ ਵਿਜੀਲੈਂਸ ਦੇ ਅੱਗੇ ਸਰੈਂਡਰ ਕਰ ਦਿੱਤਾ ਹੈ ਤੇ ਇੰਦਰਜੀਤ ਇੰਦੀ ਤੋਂ ਜਿਹੜੇ ਹੁਣ ਸਵਾਲ ਜਵਾਬ ਹੋਣਗੇ ਇਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ। ਉਧਰ ਸਾਬਕਾ ਮੰਤਰੀ ਬਲਬੀਰ ਸਿੱਧੂ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਵਿਜੀਲੈਂਸ ਨੇ ਬਲਬੀਰ ਸਿੱਧੂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਇਹ ਜਾਂਚ ਕੀਤੀ ਜਾ ਰਹੀ ਹੈ। ਬਲਬੀਰ ਸਿੱਧੂ ਨੇ ਮੰਤਰੀ ਰਹਿੰਦਿਆਂ ਮੋਹਾਲੀ ਅਤੇ ਰੋਪੜ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦਰਅਸਲ ਜ਼ਮੀਨ ਖਰੀਦੀ ਸੀ। ਬਲਬੀਰ ਸਿੱਧੂ ਦੀ ਪਤਨੀ ਦੇ ਨਾਮ ਤੇ ਖਰੀਦੀ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਤਨੀ ਦੇ ਭਰਾ ਦੇ ਨਾਮ ਤੇ ਖਰੀਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਬਲਬੀਰ ਸਿੱਧੂ ਦੇ ਭਰਾ ਅਤੇ ਮੋਹਾਲੀ ਦੇ ਸਾਬਕਾ ਮੇਅਰ ਜੀਤੀ ਸਿੱਧੂ ਦੇ ਗਰੁੱਪ ਲੈਂਡਚੈਸਟਰ ਦੇ ਵਿੱਚ ਕਰੀਬ 70 ਏਕੜ ਜ਼ਮੀਨ ਖਰੀਦੀ ਗਈ ਸੀ। ਸ਼ਾਮਲਾਟ ਜ਼ਮੀਨ ਤੇ ਕਬਜ਼ੇ ਦੇ ਵੀ ਇਲਜ਼ਾਮ ਨੇ। ਹੁਣ ਸਾਬਕਾ ਮੰਤਰੀ ਬਲਬੀਰ ਸਿੱਧੂ ਜਿਹੜੇ ਕਿ ਕੈਪਟਨ ਅਮਰਿੰਦਰ ਦੀ ਵਜ਼ਾਰਤ ਦਾ ਹਿੱਸਾ ਰਹਿ ਚੁੱਕੇ ਨੇ। ਹਾਲਾਂਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਲਬੀਰ ਸਿੱਧੂ ਦੇ ਵੱਲੋਂ ਬੀਜੇਪੀ ਦਾ ਪੱਲਾ ਫੜ ਲਿਆ ਗਿਆ ਤੇ ਹੁਣ ਬਲਬੀਰ ਸਿੱਧੂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। रुक करते हैं अगली खबर दा। कल तो राहुल गांधी की भारत जोड़ो यात्रा का आखिरी गेड़ है। कांग्रेस ने यात्रा का फाइनल शेड्यूल भी जारी कर दिता है।
11 ਜਨਵਰੀ ਨੂੰ ਪੰਜਾਬ ਇਹ ਯਾਤਰਾ ਦਾਖਲ ਹੋਵੇਗੀ। 11 ਤੋਂ 20 ਤਰੀਕ ਤੱਕ ਪੰਜਾਬ ਦੇ ਵਿੱਚ ਪੈਦਲ ਮਾਰਚ ਹੋਵੇਗਾ। ਇਸ ਦੇ ਵਿਚਾਲੇ ਇੱਕ ਦਿਨ 19 ਜਨਵਰੀ ਨੂੰ ਹਿਮਾਚਲ ਇਹ ਯਾਤਰਾ ਜਾਵੇਗੀ। 20 ਤਰੀਕ ਦੀ ਸ਼ਾਮ ਨੂੰ ਪੰਜਾਬ ਤੋਂ ਜੰਮੂ ਕਸ਼ਮੀਰ ਦੇ ਵਿੱਚ ਭਾਰਤ ਜੋੜੋ ਯਾਤਰਾ ਐਂਟਰ ਹੋਵੇਗੀ। ਸ਼੍ਰੀਨਗਰ ਦੇ ਵਿੱਚ 30 ਜਨਵਰੀ ਨੂੰ ਯਾਤਰਾ ਸਮਾਪਤ ਹੋ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਵੇਣੂ ਗੋਪਾਲ ਦੇ ਵੱਲੋਂ ਦੱਸਿਆ ਗਿਆ ਹੈ ਕਿ ਪਿਛਲੇ ਦਿਨੀ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਯਾਤਰਾ ਨੂੰ ਲੈ ਕੇ ਮੁਲਾਕਾਤ ਕੀਤੀ ਹੈ। Listen to the people, large number of meetings. So far there have been 87 meetings, sitting interactions with 30-40 minutes with various groups. Usually of 20-30 people will be there in that interactions. You know, different level, farmers, youth, physically differentiated people. ਅਗਲੀ ਵੱਡੀ ਖਬਰ ਨੋਟਬੰਦੀ ਦੇ ਨਾਲ ਜੁੜੀ ਹੋਈ ਹੈ। ਨੋਟਬੰਦੀ ਦੇ ਨਾਲ ਜੁੜੀਆਂ ਪਟੀਸ਼ਨਾਂ ਜਿਹੜੀਆਂ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀਆਂ ਗਈਆਂ ਨੇ। ਸੁਪਰੀਮ ਕੋਰਟ ਨੇ ਸਾਰੀਆਂ 58 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਨੋਟਬੰਦੀ ਤੇ ਕੇਂਦਰ ਸਰਕਾਰ ਦਾ ਫੈਸਲਾ ਸਹੀ ਹੈ। ਸੁਪਰੀਮ ਕੋਰਟ ਦੇ ਵੱਲੋਂ ਨੋਟਬੰਦੀ ਤੇ ਕੇਂਦਰ ਦੇ ਫੈਸਲੇ ਨੂੰ ਸਹੀ ਠਹਿਰਾਇਆ ਗਿਆ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਆਰਥਿਕ ਫੈਸਲੇ ਨੂੰ ਪਲਟਿਆ ਨਹੀਂ ਜਾ ਸਕਦਾ। ਨੋਟਬੰਦੀ ਦੀ ਪ੍ਰਕਿਰਿਆ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਹੋਈ। ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਕਿ ਨੋਟਬੰਦੀ ਦੀ ਪ੍ਰਕਿਰਿਆ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਹੋਈ। ਨੋਟਬੰਦੀ ਤੋਂ ਪਹਿਲਾਂ ਕੇਂਦਰ ਤੇ ਆਰਬੀਆਈ ਵਿਚਾਲੇ ਸਲਾਹ ਮਸ਼ਵਰਾ ਹੋਇਆ ਸੀਗਾ। 5 ਦੇ ਵਿੱਚੋਂ 4 ਜੱਜਾਂ ਨੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਜਸਟਿਸ BV ਨਾਗਰਤਨਾ ਦਾ ਫੈਸਲਾ ਬਹੁਮਤ ਤੋਂ ਅਲੱਗ ਹੈ। ਕੇਂਦਰ ਸਰਕਾਰ ਨੇ ਦਰਅਸਲ 2016 ਦੇ ਵਿੱਚ ਨੋਟਬੰਦੀ ਕੀਤੀ ਸੀ। ਉਸ ਵੇਲੇ 500 ਤੇ 1000 ਰੁਪਏ ਦੀ ਕਰੰਸੀ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਦੱਸ ਦਈਏ ਕਿ ਨੋਟਬੰਦੀ ਦੇ ਖਿਲਾਫ ਕਰੀਬ 58 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਅੱਜ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ। इस विवाद को अगर विपक्ष आगे बढ़ाना चाहता है तो पॉलिटिकल तौर पर वो आगे बढ़ा सकता है। ये ऑपोजिशन पार्टीज के विवेक के ऊपर है। कानूनी जो बहस थी इसके मुताल्लिक आज वो खत्म हो गई है, अनलेस कोई क्यूरेटिव पिटीशन डले या रिव्यू पिटीशन डले। मगर मुझको लगता नहीं कि उसमें फैसले में कोई लंबा चौड़ा बदलाव होने की। सर, आज सुप्रीम कोर्ट ने भी कहा कि उस समय बड़ी कहीं ना कहीं लोगों को परेशानियां हुई, लेकिन एक बड़े काम को पूरा करने के लिए इस प्रकार के फैसले लेने पड़ते हैं। सर, आपका कोर्ट क्या है? ये तो बिल्कुल प्रोपोजिशन करेक्ट है कि कभी कभी बड़े फैसले जब लिए जाते हैं तो कहीं ना कहीं किसी न किसी को कठिनाई होती है। मगर एक सवाल आज भी खड़ा है कि क्या वो जो मुद्दे थे, क्या जो लक्ष्य थे डिमोनेटाइजेशन के, काले धन पर रोक लगाना, करप्शन खत्म करना, क्या वो मुद्दे हम अचीव कर सके हैं कि नहीं? क्या वो ऑब्जेक्टिव हम अचीव कर सके हैं नहीं? ये सवाल तो देश के सामने है। और इसको लेकर अगर विपक्ष कोई बात करना चाहे तो वो विपक्ष के विवेक के ऊपर है। सवाल आज के जजमेंट के बाद ये है कि कानूनी विवाद अब इस पर खत्म होना चाहिए। देश के सर्वोच्च न्यायालय ने अपनी मोहर लगाई है सरकार के इस फैसले में। उधर बीजेपी ਵੱਲੋਂ ਨੋਟਬੰਦੀ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਸਾਬਕਾ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਦਾ ਕਹਿਣਾ ਹੈ ਕਿ ਟੈਰਰ ਫੰਡਿੰਗ ਰੋਕਣ ਦੇ ਲਈ ਨੋਟਬੰਦੀ ਕੀਤੀ ਗਈ। ਨੋਟਬੰਦੀ ਤੇ ਸਰਕਾਰ ਦੀ ਨੀਤੀ ਤੇ ਨਿਯਤ ਠੀਕ ਸੀ। ਨੋਟਬੰਦੀ ਦਾ ਮਕਸਦ ਗਰੀਬਾਂ ਦਾ ਭਲਾ ਕਰਨਾ ਸੀਗਾ। ਰਾਹੁਲ ਗਾਂਧੀ ਨੇ ਵਿਦੇਸ਼ਾਂ ਦੇ ਵਿੱਚ ਵਿਰੋਧ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਰਾਹੁਲ ਗਾਂਧੀ ਤੇ ਵੀ ਬੀਜੇਪੀ ਵੱਲੋਂ ਹਮਲਾ ਬੋਲਿਆ ਗਿਆ। ਨੋਟਬੰਦੀ ਦੇ ਅਗਲੇ ਸਾਲ ਹੀ ਟੈਕਸ ਕਲੈਕਸ਼ਨ ਦੇ ਵਿੱਚ 18% ਦਾ ਵਾਧਾ ਹੋਇਆ ਹੈ। 2,38,000 ਸੇਲ ਕੰਪਨੀਆਂ ਵੀ ਫੜੀਆਂ ਗਈਆਂ ਨੇ। ਬੀਜੇਪੀ ਦੇ ਦਰਅਸਲ ਜਿਹੜਾ ਕਿ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ, ਨੋਟਬੰਦੀ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਗਿਆ ਤੇ ਆਖਰਕਾਰ ਬੀਜੇਪੀ ਵੱਲੋਂ ਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ। कितना बड़ा तूफान हंगामा खड़ा किया गया था कांग्रेस पार्टी ने डिमोनेटाइजेशन को लेकर करके। यह सिर्फ यही नहीं हुआ था, राहुल गांधी विदेश में भी जाते थे तो इसी के बारे में बोलते थे, आपको मालूम है। और दूसरी बात क्या है कि जिस तरीके से शब्दों का प्रयोग किया गया, बाकी किया गया, वो बहुत ही दुर्भाग्यपूर्ण है। एक बात हम बार बार कहते थे और बड़े गर्व से कहते थे कि डिमोनेटाइजेशन का उद्देश्य गरीब कल्याण भी है। ये जो हमारे कांग्रेस के बंधु लेड बाय राहुल गांधी बार बार ये हल्ला करते थे,
तो कभी आप समझने की कोशिश करते हैं क्या? क्योंकि राहुल गांधी जी के बारे में मैं एक बात कहूंगा, वो समझते हैं तभी जब कोर्ट का फैसला होता है, उसके पहले वो नहीं समझते। Today I want to say with full sense of responsibility that Congress party in its own way promoted and protected informal economy elements in the country. आज का सुप्रीम कोर्ट का फैसला सराहनीय व स्वागत योग्य है। इस सच की जीत हुई है। जो लोग लगातार देश की अर्थव्यवस्था को कमजोर करने के लिए, देश की अर्थव्यवस्था ताकतवर न हो, विश्व के अंदर भारत का नाम न बढ़ जाए, उसके लिए भ्रम पैदा कर रहे थे, कुप्रयास कर रहे थे, जिन्हें देश की तरक्की पच नहीं रही थी, आज उनके मुंह पर गहरी चोट लगी है। यह फैसला सच का बोलबाला और झूठ का मुंह काला ये साबित करता है। प्रधानमंत्री नरेंद्र मोदी जी लगातार देश की अर्थव्यवस्था को मजबूत करने के लिए काम कर रहे हैं।